हाँ जी ईटीटी सैकेंड ईयर दी ਇਹ ਆਪਣੀ ਸੈਕਿੰਡ ਕਲਾਸ ਹੈ ਇੰਗਲਿਸ਼ ਲੈਂਗੁਏਜ ਦੀ ਅਤੇ ਪੈਡਾਗੋਗੀ ਆਫ ਇੰਗਲਿਸ਼ ਲੈਂਗੁਏਜ ਦੀ ਸੈਕਿੰਡ ਕਲਾਸ ਹੈ। ਇਸ ਤੋਂ ਪਹਿਲਾਂ ਆਪਣੀ ਕਲਾਸ ਹੋ ਚੁੱਕੀ ਹੈ ਜੀ, ਜਿਸ ਵਿੱਚ ਮੈਂ ਤੁਹਾਨੂੰ ਪ੍ਰੀਵੀਅਸ ਈਅਰ ਪੇਪਰ ਬਾਰੇ ਦੱਸਿਆ ਕਿ ਕਿੰਨੇ ਕਿੰਨੇ ਮਾਰਕਸ ਦੇ ਕਿਹੜੇ ਕਿਹੜੇ ਕੁਐਸਚਨ ਆਉਂਦੇ ਹਨ ਅਤੇ ਕਿਸ ਤਰ੍ਹਾਂ ਤੁਸੀਂ ਕੁਐਸਚਨ ਹੱਲ ਕਰਨੇ ਸੋਲਵ ਕਰਨੇ ਹਨ ਕਿ ਤੁਹਾਨੂੰ ਵਧੀਆ ਨੰਬਰ ਮਿਲ ਸਕਣ। ਸ਼ੁਰੂ ਕਰਦੇ ਹਾਂ ਜੀ। 70 ਮਾਰਕਸ ਦਾ ਤੁਹਾਡਾ ਹੀ ਪੇਪਰ ਹੈ ਰਿਟਨ, 30 ਮਾਰਕਸ ਤੁਹਾਡੇ ਅਸੈਸਮੈਂਟ ਹੈ, ਟੋਟਲ 100 ਮਾਰਕਸ ਹੈ ਤੁਹਾਡੀ ਇੰਗਲਿਸ਼ ਦੇ ਇਸ ਵਾਰ। ਇੰਗਲਿਸ਼ ਤੁਹਾਨੂੰ ਮੈਂ ਫਸਟ ਵੀਡੀਓ 'ਚ ਵੀ ਦੱਸਿਆ ਕਿ ਫਸਟ ਈਅਰ ਨਾਲੋਂ ਇਸ ਵਾਰ ਇੰਗਲਿਸ਼ ਤੁਹਾਡੀ ਥੋੜ੍ਹੀ ਹਾਰਡ ਹੈ ਜੀ। ਸਿਲੇਬਸ ਵੀ ਜ਼ਿਆਦਾ ਹੈ ਅਤੇ ਅੱਗੇ ਨਾਲੋਂ ਥੋੜ੍ਹੀ ਇਸ ਨੂੰ ਆਪਾਂ ਹਾਰਡ ਵੀ ਕਹਿ ਸਕਦੇ ਹਾਂ। 5 ਯੂਨਿਟਾਂ ਹਨ ਅਤੇ 19 ਲੈਸਨ ਹਨ ਜੀ। ਵੇਖੋ ਤੁਸੀਂ ਫਸਟ ਯੂਨਿਟ ਵਿੱਚ ਜੀ ਇਸ਼ੂਜ਼ ਆਫ ਟੀਚਿੰਗ ਆਫ ਇੰਗਲਿਸ਼ ਦ ਐਲੀਮੈਂਟਰੀ ਸਟੇਜ, ਇਹਦੇ ਵਿੱਚ 2 ਹੀ ਲੈਸਨ ਹਨ ਵੈਸੇ। ਇਸ਼ੂਜ਼ ਆਫ ਲਰਨਿੰਗ ਇੰਗਲਿਸ਼, ਇਸ਼ੂਜ਼ ਆਫ ਮੀਡੀਅਮ ਆਫ ਇੰਸਟਰਕਸ਼ਨ, ਲੈਵਲ ਆਫ ਇੰਟਰੋਡਕਸ਼ਨ ਐਂਡ ਐਸੈਂਟ ਇਨ ਏ ਮਲਟੀ ਲੈਂਗੁਅਲ ਮਲਟੀ ਕਲਚਰਲ ਸੁਸਾਇਟੀ, ਦ ਮਲਟੀ ਲੈਂਗੁਅਲ ਨੇਚਰ ਆਫ ਇੰਡੀਆ, ਇੰਗਲਿਸ਼ ਐਜ਼ ਦ ਲੈਂਗੁਏਜ ਆਫ ਪ੍ਰੀਸਟਾਈਜ਼ ਐਂਡ ਪਾਵਰ, ਟੀਚਿੰਗ English as a first language, second language and foreign language development, social, economic and psychological factors, key factors affecting second language acquisition। ਸੈਕਿੰਡ ਲੈਂਗੁਏਜ ਨੂੰ ਸਿੱਖਣ ਲੱਗੇ ਜੀ ਕਿਹੜੇ ਫੈਕਟਰ ਪ੍ਰਭਾਵਿਤ ਕਰਦੇ ਹਨ ਉਹਨਾਂ ਬਾਰੇ ਦੱਸਿਆ ਗਿਆ। ਇੱਕ ਕੁਐਸਚਨ ਤੁਹਾਨੂੰ ਹਰੇਕ ਯੂਨਿਟ ਵਿੱਚੋਂ ਹੀ 8 ਨੰਬਰ ਦਾ ਆਊਗਾ। ਦੂਜੀ ਯੂਨਿਟ ਵਿੱਚੋਂ ਥਰਡ ਯੂਨਿਟ ਵਿੱਚੋਂ ਤੁਹਾਨੂੰ 2 ਕੁਐਸਚਨ ਵੀ ਆ ਸਕਦੇ ਹਨ, ਕਿਉਂਕਿ ਥਰਡ ਯੂਨਿਟ ਵਿੱਚ ਹੀ 10 ਲੈਸਨ ਹਨ ਤੁਹਾਡੇ। 8 ਅਤੇ 1 ਤੁਹਾਡਾ ਹੀ 4 ਨੰਬਰ ਦਾ ਕੁਐਸਚਨ ਵੀ ਹਰੇਕ ਯੂਨਿਟ 'ਚ ਆਊਗਾ। ਮਤਲਬ ਹਰੇਕ ਯੂਨਿਟ 'ਚੋਂ ਤੁਹਾਡਾ 12 ਨੰਬਰ ਦਾ ਕੰਮ ਤਾਂ ਹੀ ਪੱਕਾ ਹੀ ਹੈ। ਯੂਨਿਟ 2 ਵਿੱਚ ਆਪਾਂ ਗੱਲ ਕਰਦੇ ਹਾਂ ਜੀ ਬੈਵਰੈਸਟਿਕ ਐਂਡ ਸਟਰਕਚਰਲ ਅਪਰੋਚ, ਗ੍ਰਾਮਰ ਟਰਾਂਸਲੇਸ਼ਨ ਮੈਥਡ, ਆਡੀਓ ਲੈਂਗੁਏਜ ਮੈਥਡ, ਦਾ ਕੰਸਟਰਕਟਿਵ ਅਪਰੋਚ, ਨੇਚਰ, ਦਾ ਰੋਲ ਆਫ ਲਰਨਰ, ਡਿਫਰੈਂਟ ਕਾਈਂਡਸ ਆਫ ਲਰਨਰ, ਯੰਗ ਲਰਨਰ, ਬਿਗਨਰਸ, ਟੀਚਿੰਗ ਲਾਰਜ ਕਲਾਸਿਸ, ਸਾਈਕੋ ਸਕੋਲਿਜਰ ਫੈਕਟਰਸ, ਐਟੀਟਿਊਡ, ਐਪਟੀਟਿਊਡ, ਨੀਡਸ, ਲੈਵਲ, ਮੋਟੀਵੇਸ਼ਨ। ਅਗਲਾ ਲੈਸਨ ਹੈ ਜੀ ਕਮਿਊਨੀਕੇਸ਼ਨ ਲੈਂਗੁਏਜ ਟੀਚਿੰਗ, 3 ਲੈਸਨ ਹਨ ਇਸ ਵਿੱਚ ਹੀ। ਫੋਕਸਿੰਗ ਔਨ ਮੀਨਿੰਗ, ਰੋਲ ਆਫ ਟੈਕਸਟ ਬੁੱਕਸ ਐਂਡ ਅਦਰ ਰਿਸੋਰਸ, ਰੋਲ ਆਫ ਟੀਚਰ ਐਂਡ ਕਲਾਸਰੂਮ ਮੈਨੇਜਮੈਂਟ। ਯੂਨਿਟ 3 ਵਿੱਚ ਆਪਾਂ ਗੱਲ ਕਰਦੇ ਹਾਂ ਟੀਚਿੰਗ ਸਟ੍ਰੈਟਜੀ ਦੀ, ਦਾ ਟੈਕਸਟ ਬੁੱਕ, ਕ੍ਰਿਟੀਕਲ ਲਿਟਰੇਸੀ, ਪਰਸਨਲ ਰਿਸਪੌਂਸ ਟੂ ਪੋਇਮ, ਸਟੋਰੀਜ਼, ਅਡੈਪਟਿੰਗ ਦ ਟੈਕਸਟ ਬੁੱਕ, ਬਿਹਾਈਂਡ ਦ ਟੈਕਸਟ ਬੁੱਕ, ਇਨਕਲੂਡਿੰਗ ਚਿਲਡਰਨ ਲਿਟਰੇਚਰ ਇਨ ਦ ਕਲਾਸ, ਪੋਇਮਸ, ਸਟੋਰੀਜ਼, ਸੌਂਗਸ, ETC, ਲਿਸਨਿੰਗ ਐਂਡ ਸਪੀਕਿੰਗ ਸਕਿੱਲਸ, ਸੀਇੰਗ ਟਾਕ ਐਜ਼ ਏ ਵੈਲਿਊਏਬਲ, ਰਿਡਿਊਸਿੰਗ ਟੀਚਰ ਟਾਕ ਟਾਈਮ ਇਨ ਕਲਾਸਰੂਮ, ਕਲਾਸਰੂਮ ਵਿੱਚ ਟੀਚਰ ਦਾ ਟਾਕ ਟਾਈਮ ਘਟਾਉਣ ਬਾਰੇ, ਯੂਜ਼ਿੰਗ ਪੇਅਰ ਵਰਕ ਐਂਡ ਗਰੁੱਪ ਵਰਕ ਮੀਨਿੰਗਫੁਲੀ ਟੂ ਇਨਕਰੇਜ ਸਪੀਕਿੰਗ ਐਂਡ ਪਾਰਟੀਸਪੇਸ਼ਨ, ਵੋਕੈਬਲਰੀ ਡਿਵੈਲਪਮੈਂਟ ਵਾਸਤੇ। ਇਹ ਦੇਖ ਲਓ ਜੀ ਬਹੁਤ ਵੱਡਾ ਯੂਨਿਟ ਹੈ ਜਿਸ ਵਿੱਚ ਤੁਹਾਡੇ ਹੀ ਲੈਸਨ ਇਸ ਵਿੱਚ 6 ਤੋਂ ਲੈ ਕੇ 15 ਤੱਕ ਹੀ 10 ਲੈਸਨ ਹਨ। 6 ਲੈਸਨ ਤੋਂ 15 ਲੈਸਨ ਤੱਕ ਇਸ ਯੂਨਿਟ ਵਿੱਚ ਆਉਂਦੇ ਹਨ। ਯੂਜ਼ਿੰਗ ਪਿਕਚਰ ਫਲੋ ਚਾਰਟ, ਵਰਡ ਵਾਲਸ, ਟੀਚਿੰਗ ਪ੍ਰੋਨਾਂਸੀਏਸ਼ਨ, ਰੈਂਥਮ, ਸਟ੍ਰੈਸ ਇਨੋਟੇਸ਼ਨ, ਰੈਂਥਮ, ਸਟ੍ਰੈਸ ਔਰ ਇਨੋਟੇਸ਼ਨ। ਇਹ ਤੁਹਾਡੇ ਹੀ ਫਸਟ ਈਅਰ ਵਿੱਚ ਵੀ ਸੀ ਅਤੇ ਇਹ ਤੁਹਾਡੇ ਹੀ ਸੀਟਡ ਔਰ ਰਿਪੀਟਡ ਲਈ ਵੀ ਇਹ ਤਿੰਨੇ ਚੀਜ਼ਾਂ ਹੀ ਬਹੁਤ ਹੀ ਮਹੱਤਵਪੂਰਨ ਹੈ। ਰੈਂਥਮ, ਸਟ੍ਰੈਸ ਔਰ ਇਨੋਟੇਸ਼ਨ, ਇਸ ਨੂੰ ਆਪਾਂ ਬਹੁਤ ਹੀ ਧਿਆਨ ਨਾਲ ਪੜ੍ਹਾਂਗੇ। ਰੀਡਿੰਗ ਬਿਗਨਿੰਗ, ਰੀਡਿੰਗ ਦ ਐਲਫਾਬੈਟ ਮੈਥਡ, ਫੋਨੈਟਿਕ ਮੈਥਡ, ਇਨਵਾਇਰਮੈਂਟ ਪ੍ਰਿੰਟ, ਰੀਡਿੰਗ ਵਿਦ ਮੀਨਿੰਗ, ਰੀਡਿੰਗ ਅਲਾਊਡ ਬਾਈ ਟੀਚਰ, ਯੂਜ਼ਿੰਗ ਦ ਵਰਡ ਵਾਲ, ਸਟੇਜਿਸ ਆਫ ਰੀਡਿੰਗ, ਪ੍ਰੀ ਰੀਡਿੰਗ, ਵਾਈਲ ਰੀਡਿੰਗ, ਪੋਸਟ ਰੀਡਿੰਗ ਐਕਟੀਵਿਟੀਜ਼, ਕੰਪਰੀਹੈਂਸਿਵ ਸਕਿੱਲਸ, ਟਾਈਪਸ ਆਫ ਰੀਡਿੰਗ, ਇੰਡੀਪੈਂਡੈਂਟ ਰੀਡਿੰਗ, ਗਾਈਡਡ ਰੀਡਿੰਗ, ਸ਼ੇਅਰਡ ਰੀਡਿੰਗ, ਰੀਡਿੰਗ ਅਲਾਊਡ ਐਂਡ ਸਾਇਲੈਂਟ ਰੀਡਿੰਗ। ਇਹ ਸਾਰਾ ਕੁਛ ਵੀ ਪੀਟਡ ਸੀਟਡ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ। ਸਾਇਲੈਂਟ ਰੀਡਿੰਗ ਕੀ ਹੁੰਦੀ ਹੈ, ਅਲਾਊਡ ਰੀਡਿੰਗ ਕੀ ਹੈ, ਸ਼ੇਅਰ ਗਾਈਡਡ ਰੀਡਿੰਗ, ਇਹ ਸਭ ਕੁਝ ਆਪਾਂ ਬਹੁਤ ਹੀ ਧਿਆਨਪੂਰਵਕ ਪੜ੍ਹਾਂਗੇ ਹੀ ਤਾਂ ਕਿ ਤੁਹਾਨੂੰ ਇਹ ਪੀਟਡ ਔਰ ਸੀਟਡ ਦੇ ਪੇਪਰ ਵਿੱਚ ਇਸ ਤੋਂ ਮਦਦ ਮਿਲ ਸਕੇ। ਰਾਈਟਿੰਗ, ਪ੍ਰੋਵਾਈਡਿੰਗ ਟ੍ਰਿਗਰ ਫੋਰ ਰਾਈਟਿੰਗ, ਬ੍ਰੇਨਸਟੋਰਮਿੰਗ, ਡਿਸਕਸ਼ਨਸ, ਰੀਡਿੰਗ ਰਾਈਟਿੰਗ ਐਜ਼ ਏ ਪ੍ਰੋਸੈਸ, ਬ੍ਰੇਨਸਟੋਰਮਿੰਗ, ਡਰਾਫਟਿੰਗ, ਕੰਟਰੈਂਸਿੰਗ, ਪਬਲਿਸ਼ਿੰਗ, ਸ਼ੇਅਰਿੰਗ, ਕੰਟਰੋਲ, ਗਾਈਡਡ ਐਂਡ ਫ੍ਰੀ ਰਾਈਟਿੰਗ। ਟੀਚਿੰਗ, grammar to strengthen language acquisition, teaching grammar to knowledge about language, making grammar meaningful and fun,
यूनिट 4 ਵਿੱਚ ਹੈ ਲਰਨਰ ਅਸੈਸਮੈਂਟ ਵਾਈ ਸ਼ੁੱਡ ਚਿਲਡਰਨ ਬੀ ਅਸੈਸਡ ਕੰਟੀਨਿਊਸ ਐਂਡ ਕੰਪਰੀਹੈਂਸਿਵ ਅਸੈਸਮੈਂਟ ਮੈਥਡਸ ਆਫ ਅਸੈਸਮੈਂਟ ਇੰਡੀਵਿਜੂਅਲ ਗਰੁੱਪ ਸੈਲਫ ਪੀਰ ਅਸੈਸਮੈਂਟ ਟੂਲਸ ਟੈਕਨੀਕਸ ਆਫ ਅਸੈਸਮੈਂਟ observation assignments projects portfolio checklist rating scales anecdotal records oral and written techniques types of language test the close procedure dictation miscue analysis अगला लेसन ही रिपोर्टिंग एंड कम्यूनिकेटिंग फीडबैक शेयरिंग विद द चिल्ड्रन एंड पेरेंट्स जो तुहाडा ये चौथा यूनिट है इस वे तुहाडे 3 ਲੈਸਨ ਨੇ 16 17 ਤੇ 18 16 17 ਔਰ 18 ਤੇ ਜੋ ਪੰਜਵੀਂ ਯੂਨਿਟ ਹੈ ਇਸ ਵਿੱਚ ਇੱਕ ਹੀ ਲੈਸਨ ਹੈ 19 ਨੰਬਰ ਲੈਸਨ ਹੈ ਤੁਹਾਡੀ ਬੁੱਕ ਵਿੱਚ ਸਬਜੈਕਟ ਐਂਡ ਪ੍ਰੀਡਿਕੇਟ ਜੋ ਗ੍ਰਾਮਰ ਹੈ ਤੁਹਾਡੀ ਜੀ ਇਹ 14 ਮਾਰਕਸ ਦੀ ਆਊਗੀ 7 ਕੁਐਸਚਨ 2 ਮਾਰਕਸ ਦੇ ਵੈਸੇ ਤਾਂ ਉਹਦੇ ਵਿੱਚ ਹੀ ਪਾਰਟ ਬਣੇ ਹੋਣਗੇ 1 ਮਾਰਕਸ ਦੇ ਸਬਜੈਕਟ ਐਂਡ ਪ੍ਰੀਡਿਕੇਟ ਕੀ ਹੈ ਨਾਊਨ ਕੀ ਹੈ ਨੰਬਰ ਐਂਡ ਜੈਂਡਰਸ Auxiliary and models same word as different part of speech spelling punctuation composition of a paragraph email classification advertisement ਇਹ 4 ਨੰਬਰ ਦਾ ਤੁਹਾਡੇ ਈਮੇਲ ਜਾਂ ਪੈਰਾਗ੍ਰਾਫ ਹੈ ਜੀ ਇਹ ਵੀ 4 ਨੰਬਰ ਦਾ ਅਲੱਗ ਤੋਂ ਪਾਰਟ ਇੱਕ ਬਸ ਇਹੀ ਤੁਹਾਡਾ ਸਿਲੇਬਸ ਹੈ ਇਸ ਤੋਂ ਬਾਅਦ ਆਪਾਂ ਲੈਸਨਾਂ ਬਾਰੇ ਡਿਸਕਸ ਕਰਦੇ ਹਾਂ ਜੋ 19 ਲੈਸਨ ਹਨ ਤੁਹਾਡੇ ਪਹਿਲੀ ਯੂਨਿਟ ਵਿੱਚ 2 ਹੀ ਲੈਸਨ ਹਨ ਇਸ਼ੂਸ ਆਫ ਲਰਨਰ ਇੰਗਲਿਸ਼ ਐਜ਼ ਏ ਮਲਟੀਕਲਚਰਲ ਸੁਸਾਇਟੀ ਇਹ ਆਪਣੀ ਫਸਟ ਈਅਰ ਵਿੱਚ ਵੀ ਵੈਸੇ ਕਵਰ ਹੋ ਚੁੱਕਿਆ ਮਲਟੀਕਲਚਰਲ ਸੁਸਾਇਟੀ ਕੀ ਹੁੰਦੀ ਹੈ ਇਹ ਬਹੁ ਭਾਸ਼ਾਵਾਦ ਜਿੱਥੇ ਜ਼ਿਆਦੀਆਂ ਭਾਸ਼ਾ ਬੋਲੀਆਂ ਜਾਂਦੀਆਂ ਹਨ ਇਸ਼ੂਸ ਆਫ ਲਰਨਿੰਗ ਇੰਗਲਿਸ਼ ਇਨ ਮਲਟੀਲੈਂਗੁਅਲ ਇੰਡੀਆ ਏ ਮਲਟੀਲੈਂਗੁਅਲ ਕੰਟਰੀ ਇੰਗਲਿਸ਼ ਐਜ਼ ਦ ਲੈਂਗੁਏਜ ਆਫ ਪ੍ਰੈਸਟੀਜ ਐਂਡ ਪਾਵਰ the first language second and foreign language development social economic and psychological factors key factor affecting language acquisition teaching of english as a first and second foreign language and introduction ਇਹਦੇ ਵਿੱਚ ਹੀ teaching of english as a first language ਇਸ ਵਿੱਚ ਹੈ teaching of english as a second language ਇਸ ਵਿੱਚ ਹੈ teaching english as a foreign language ਇਸ ਵਿੱਚ ਹੈ ਜੀ ਉਸ ਤੋਂ ਬਾਅਦ ਡਿਵੈਲਪਮੈਂਟ ਸੋਸ਼ਲ ਇਕਨੋਮਿਕ ਐਂਡ ਸਾਈਕੋਲੋਜੀਕਲ ਫੈਕਟਰਸ ਡਿਵੈਲਪਮੈਂਟ ਫੈਕਟਰਸ ਸੋਸ਼ੋ ਇਕਨੋਮਿਕਲ ਫੈਕਟਰਸ ਅਫੈਕਟਿੰਗ ਲੈਂਗੁਏਜ ਡਿਵੈਲਪਮੈਂਟ ਸਾਈਕੋਲੋਜੀਕਲ ਫੈਕਟਰਸ ਅਫੈਕਟਿੰਗ ਲੈਂਗੁਏਜ ਡਿਵੈਲਪਮੈਂਟ ਕੀ ਫੈਕਟਰਸ ਅਫੈਕਟਿੰਗ ਲੈਂਗੁਏਜ ਐਕੁਟੇਸ਼ਨ ਇੰਟਰਨਲ ਫੈਕਟਰਸ ਅਫੈਕਟਿੰਗ ਸੈਕਿੰਡ ਲੈਂਗੁਏਜ ਐਕੁਟੇਸ਼ਨ ਐਕਸਟਰਨਲ ਫੈਕਟਰ ਅਫੈਕਟਿੰਗ ਲੈਂਗੁਏਜ ਐਕੁਟੇਸ਼ਨ ਇੰਟਰਨਲ ਅਤੇ ਐਕਸਟਰਨਲ ਅੰਦਰੂਨੀ ਅਤੇ ਬਾਹਰੀ ਜੋ ਫੈਕਟਰ ਹੈ ਜੋ ਸੈਕਿੰਡ ਲੈਂਗੁਏਜ ਸਿੱਖਣ ਵਿੱਚ ਹੀ ਭਰਾ ਪਾਉਂਦੇ ਹਨ ਉਹਨਾਂ ਬਾਰੇ ਦੱਸਿਆ ਗਿਆ ਹੈ ਅਗਲਾ ਜੀ ਜੋ ਸੈਕਿੰਡ ਯੂਨਿਟ ਵਿੱਚ ਹੀ ਤੀਜਾ ਅਤੇ ਚੌਥਾ ਅਤੇ ਪੰਜਵਾਂ ਲੈਸਨ ਇਹ ਸੈਕਿੰਡ ਯੂਨਿਟ ਵਿੱਚ ਹੈ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਬਿਵਰੈਸਟਿਕ ਐਂਡ ਸਟਰਕਚਰਲ ਅਪਰੋਚ ਗ੍ਰਾਮਰ ਟਰਾਂਸਲੇਸ਼ਨ ਮੈਥਡ ਆਡੀਓ ਲੈਂਗੁਏਜ ਮੈਥਡ ਇੰਟਰੋਡਕਸ਼ਨ ਇਸ ਬਾਰੇ ਇਹ ਕੀ ਹੈ ਜੀ ਬਿਵਰੈਸਟਿਕ ਅਪਰੋਚ ਐਂਡ ਲੈਂਗੁਏਜ ਲਰਨਿੰਗ ਪ੍ਰੋਸੈਸ ਆਫ ਲੈਂਗੁਏਜ ਐਕੁਟੇਸ਼ਨ ਬਾਏ ਅ ਚਾਈਲਡ ਅਕੋਰਡਿੰਗ ਟੂ ਬਿਵਰੈਸਟਿਕ ਅਪਰੋਚ ਅਤੇ ਐਡਵਾਂਟੇਜ ਆਫ ਬਿਵਰੈਸਟਿਕ ਅਪਰੋਚ ਫੋਰ ਟੀਚਿੰਗ ਐਂਡ ਲਰਨਿੰਗ ਲੈਂਗੁਏਜ ਜੀ ਇਹਨਾਂ ਬਾਰੇ ਇਹਦੀ ਪ੍ਰੋਸੈਸ ਬਾਰੇ ਦੱਸਣਾ ਕਿਵੇਂ ਬੱਚਾ ਲੈਂਗੁਏਜ ਸਿੱਖਦਾ ਹੈ ਬਿਵਰੈਸਟਿਕ ਅਪਰੋਚ ਦੇ ਅਕੋਰਡਿੰਗ ਦੱਸਣਾ ਫਿਰ ਸਟਰਕਚਰਲ ਅਪਰੋਚ ਦੇ ਅਕੋਰਡਿੰਗ ਵੀ ਇਹਦੇ ਬਾਰੇ ਦੱਸਾਂਗੇ ਮੀਨਿੰਗ ਆਫ ਸਟਰਕਚਰਲ ਅਪਰੋਚ ਡੈਫੀਨੇਸ਼ਨ ਇਸ ਦੀਆਂ ਹੀ ਮੀਨਿੰਗ ਆਫ ਸਟਰਕਚਰਸ ਓਬਜੈਕਟ ਕੀ ਹਨ ਸਟਰਕਚਰਲ ਅਪਰੋਚ ਦੇ ਪ੍ਰਿੰਸੀਪਲ ਕੀ ਹਨ ਇਹ ਐਡਵਾਂਟੇਜ ਕੀ ਹਨ ਲਿਮਿਟੇਸ਼ਨ ਕੀ ਹਨ ਇਹ ਗ੍ਰਾਮਰ ਟਰਾਂਸਲੇਸ਼ਨ ਮੈਥਡ ਇਹ ਕੁਐਸਚਨ ਵੀ ਪਿਛਲੀ ਵਾਰ ਆਇਆ ਸੀ 8 ਮਾਰਕਸ ਵਿੱਚ ਬੇਸਿਕ ਫਿਲੋਸਫੀ ਆਫ ਦਿਸ ਮੈਥਡ ਹੀ ਕੀ ਹੈ ਜੀ process of teaching through grammar translation method main feature of grammar translation method teaching used in grammar translation method advantage of grammar translation method disadvantage of grammar translation method audio language method objects of the audio language method principle of audio language method characters of audio language method techniques of audio language method merits of audio language method limitation of audio language method constructive approach an introduction characters of a constructive approach principle of constructive approach nature of learner and role of learners different kind of learner beginner ਕਿਵੇਂ young learner teaching large classes
ਸੋਸ਼ੋ ਸਕੋਲੋਜੀਕਲ ਫੈਕਟਰ ਅਫੈਕਟਿੰਗ ਲੈਂਗੁਏਜ ਲਰਨਿੰਗ ਇਨ ਕੰਸਟਰਕਟਿਵ ਅਪਰੋਚ ਬਾਰੇ, ਸਮ ਕੰਸਟਰਕਟਿਵ ਐਕਟੀਵਿਟੀਜ਼ ਇੰਪਲੀਕੇਸ਼ਨ ਆਫ ਕੰਸਟਰਕਟਿਵ ਅਪਰੋਚ ਬਾਰੇ। ਫਿਫਥ ਲੈਸਨ ਵਿੱਚ ਕਮਿਊਨੀਕੇਟਿਵ ਅਪਰੋਚ ਟੂ ਲੈਂਗੁਏਜ ਟੀਚਿੰਗ, ਕਮਿਊਨੀਕੇਟਿਵ ਅਪਰੋਚ ਟੂ ਲੈਂਗੁਏਜ ਟੀਚਿੰਗ ਐਨ ਇੰਟਰੋਡਕਸ਼ਨ, ਓਬਜੈਕਟਿਵਸ ਆਫ ਕਮਿਊਨੀਕੇਟਿਵ ਲੈਂਗੁਏਜ CLT ਦੇ ਓਬਜੈਕਟਿਵਸ ਕੀ ਨੇ ਵੀ ਪਿਛਲੀ ਵਾਰ ਆਪਾਂ ਨੂੰ ਹੈਗਾ ਸੀ ਥੋੜ੍ਹਾ ਇਹੀ ਫਸਟ ਈਅਰ 'ਚ। ਬੇਸਿਕ ਜੰਪਸ਼ਨ ਆਫ ਕਮਿਊਨੀਕੇਸ਼ਨ ਅਪਰੋਚ ਪ੍ਰੋਸੀਜਰ ਇਨ ਕਮਿਊਨੀਕੇਟਿਵ ਲੈਂਗੁਏਜ ਕਲਾਸਰੂਮ ਟੈਕਨੀਕਸ ਇਨ CLT, ਫੋਕਸਿੰਗ ਔਨ ਮੀਨਿੰਗ ਇਨ ਕਲਾਸਰੂਮ, communicative approach, role of textbook, other resource in communicative language approach, role of a teacher and classroom management, merits of CLT, limitation of CLT। ਇਸ ਤੋਂ ਬਾਅਦ ਯੂਨਿਟ 3 ਵਿੱਚ ਆਪਣੇ 6 ਤੋਂ ਲੈ ਕੇ 15 ਲੈਸਨ ਹਨ। ਸਭ ਤੋਂ ਜ਼ਿਆਦਾ ਲੰਮੀ ਇਹ ਯੂਨਿਟ ਹੈ, ਪਰ ਇਸ ਵਿੱਚ ਵੀ ਤੁਹਾਨੂੰ 8-8 ਮਾਰਕਸ ਦੇ 2 ਕੁਐਸਚਨ 16 ਮਾਰਕਸ ਏ ਅਤੇ 4-4 ਮਾਰਕਸ ਦੇ ਵੀ 2 ਕੁਐਸਚਨ ਇਸ ਵਿੱਚੋਂ ਆ ਸਕਦੇ ਨੇ। 8 ਮਾਰਕਸ ਏ 24 ਮਾਰਕਸ ਦਾ ਤੁਹਾਨੂੰ ਸਿਰਫ ਇਸ ਯੂਨਿਟ ਵਿੱਚੋਂ ਕੰਮ ਆ ਸਕਦਾ ਹੈ। ਇਸ ਤੋਂ ਇਲਾਵਾ ਜੋ ਇੱਕ ਨੰਬਰ ਦੇ ਨੇ ਉਹ ਵੀ ਕੁੱਲ ਮਿਲਾ ਕੇ ਤੁਸੀਂ 25 ਨੰਬਰ ਦਾ ਕੰਮ ਤੁਹਾਨੂੰ ਇਸ ਯੂਨਿਟ 'ਚੋਂ ਆ ਸਕਦਾ ਹੀ 25+। ਇਕੱਲੀ ਇਹ ਯੂਨਿਟ ਹੀ ਤੁਹਾਨੂੰ ਪਾਸ ਕਰਾਉਣ ਲਈ ਹੀ ਬਹੁਤ ਮਹੱਤਵਪੂਰਨ ਹੈ। ਸ਼ੁਰੂ ਕਰਦੇ ਹਾਂ। ਟੀਚਿੰਗ ਸਟ੍ਰੈਟਰਜੀਜ਼ ਟੈਕਸਟ ਬੁੱਕ ਬਾਰੇ, ਟੈਕਸਟ ਬੁੱਕ ਦੀ ਡਿਫਾਈਨ ਕਰਨਾ ਹੈਗਾ। ਇੰਪੋਰਟੈਂਸ of advantage of textbooks, limitation of textbooks, qualities of good textbook, critical literacy, personal response to poems and stories in English textbooks, teaching strategies behind the textbook, advantage reading behind the textbook, adapting the textbook, listening and speaking skills, talk as a valuable for listening and speaking skills, reducing teacher talk time, using pair work and group work, meaning to encourage speaking and participation, group work, using pair work, tips given below can be used regularly to help your students learn good conversation skills, vocabulary development, vocabulary meaning, definition, kind of words, teaching vocabulary, use of pictures, flow charts, word walls, use of pictures, use of flow charts, use of word walls, suggested techniques to improve teaching of vocabulary, ਕੀ ਤਕਨੀਕਸ ਹੋਣੇ ਚਾਹੀਦੇ ਨੇ vocabulary improve ਕਰਨ ਬਾਰੇ। teaching pronunciation, teaching vowel sounds, teaching difficult consonant sounds, stress, rhythm, intonation, junctures, ਇਹ ਸਭ ਜੋ ਹੀ ਇਹ PTET ਔਰ CTET ਲਈ ਮਹੱਤਵਪੂਰਨ ਹਨ। ਇਹਨਾਂ ਬਾਰੇ PTET ਔਰ CTET 'ਚ ਹੀ ਕੁਐਸਚਨ ਆ ਜਾਂਦੇ ਹਨ। ਸਟਰੈਸ ਬਾਰੇ, ਰੈਂਥਮ ਬਾਰੇ, ਇਨੋਟੇਸ਼ਨ ਬਾਰੇ। ਰੀਡਿੰਗ, ਬਿਗਨਿੰਗ ਰੀਡਿੰਗ, ਮੀਨਿੰਗ ਆਫ ਰੀਡਿੰਗ, ਵੈਨ ਟੂ ਸਟਾਰਟ ਰੀਡਿੰਗ, ਇਨਸੀਡੈਂਟਲ ਔਰ ਪ੍ਰੀਪਰੇਟਰੀ ਰੀਡਿੰਗ, ਰੀਡਿੰਗ ਵਿਦ ਮੀਨਿੰਗ, ਰੀਡਿੰਗ ਅਲਾਉਡ ਬਾਈ ਦ ਟੀਚਰ, ਯੂਜ਼ਿੰਗ ਦ ਵਰਡ ਵਾਲ, ਮੈਟੀਰੀਅਲ ਐਂਡ ਟੈਕਨੀਕਸ ਫॉर ਪ੍ਰੀਪਰੇਟਰੀ ਰੀਡਿੰਗ, ਟੀਚਿੰਗ ਰੀਡਿੰਗ ਸਕਿੱਲਸ, alphabetical method, phonic method, stages of reading, types of allowed readings, silent readings, independent reading, guided reading, shared reading, guided reading, share reading, silent reading ਜੋ ਆਪਾਂ ਹੀ ਉਹ ਹੁੰਦੀ ਹੈ ਜੋ ਆਪਾਂ ਚੁੱਪ ਰਹਿ ਕੇ ਪੜ੍ਹਦੇ ਹਾਂ, ਜੋ ਆਪਣੇ ਮਨ ਵਿੱਚ ਪੜ੍ਹਦੇ ਹਾਂ। ਅਲਾਊਡ ਰੀਡਿੰਗ ਉਹ ਹੁੰਦੀ ਹੈ ਜੋ ਆਪਾਂ ਹੀ ਉੱਚੀ ਬੋਲਦੇ ਹਾਂ। ਵਿਸਤਾਰ ਨਾਲ ਪੜ੍ਹਾਂਗੇ ਇਸ ਬਾਰੇ ਆਪਾਂ ਜਦੋਂ ਕਰਾਂਗੇ ਜੀ ਲੈਸਨ। ਰਾਈਟਿੰਗ ਸਕਿੱਲਸ, ਸਟੇਜਸ ਆਫ ਰਾਈਟਿੰਗ, ਮੀਨਿੰਗ ਆਫ ਰਾਈਟਿੰਗ, ਪ੍ਰੋਸੈਸ ਆਫ ਰਾਈਟਿੰਗ, ਬ੍ਰੇਨਸਟੋਰਮ, ਡਰਾਫਟਿੰਗ, ਕਾਨਫਰੰਸਿੰਗ, ਪਬਲਿਸ਼ਿੰਗ, ਸ਼ੇਅਰਿੰਗ, ਟਾਈਪਸ ਆਫ ਟੀਚਿੰਗ ਰਾਈਟਿੰਗ, ਕੰਟਰੋਲਰ ਪੈਰਾਗ੍ਰਾਫ ਰਾਈਟਿੰਗ, ਫ੍ਰੀ ਕੰਪੋਜੀਸ਼ਨ ਰਾਈਟਿੰਗ, ਗਾਈਡਡ ਕੰਪੋਜੀਸ਼ਨ ਰਾਈਟਿੰਗ, ਟੀਚਿੰਗ ਗ੍ਰਾਮਰ ਟੂ ਸਟਰੈਂਥਨ ਲੈਂਗੁਏਜ ਐਕੁਟੇਸ਼ਨ, ਗ੍ਰਾਮਰ ਜੋ ਹੈ ਮੀਨਿੰਗ, ਡੈਫੀਨੇਸ਼ਨ, ਸਾਇਲੈਂਟ ਫੀਚਰ ਆਫ ਗ੍ਰਾਮਰ, ਏਮਸ ਆਫ ਟੀਚਿੰਗ ਗ੍ਰਾਮਰ, ਟਾਈਪਸ ਆਫ ਗ੍ਰਾਮਰ, difference between formal and functional grammar, advantage of teaching grammar or teaching grammar as knowledgeable about language, making grammar meaningful and fun, limitation of teaching grammar। ਥਰਡ ਯੂਨਿਟ ਇੱਥੇ ਆਪਣੀ ਖਤਮ ਹੁੰਦੀ ਹੈ। ਇਸ ਤੋਂ ਬਾਅਦ ਹੀ ਫੋਰਥ ਯੂਨਿਟ ਵਿੱਚ ਆਪਣੇ 16, 17 ਅਤੇ 18
ਲੈਸਨ ਹਨ, 3 ਲੈਸਨ ਹਨ ਜੀ, 16ਵਾਂ 17ਵਾਂ ਅਤੇ 18ਵਾਂ। ਅਤੇ 5th ਯੂਨਿਟ ਵਿੱਚ ਇੱਕ ਹੀ ਲੈਸਨ ਹੈ ਜੀ। ਅਸੈਸਮੈਂਟ ਐਂਡ ਇਟਸ ਨੀਡਸ, ਇੰਟਰੋਡਕਸ਼ਨ, ਡੈਫੀਨੇਸ਼ਨ ਆਫ ਅਸੈਸਮੈਂਟ, ਕਰੈਕਟਰਸ ਆਫ ਅਸੈਸਮੈਂਟ, ਨੀਡਸ ਐਂਡ ਇੰਪੋਰਟੈਂਸ ਆਫ ਅਸੈਸਮੈਂਟ, ਕੰਟੀਨਿਊ ਐਂਡ ਕੰਪਰੈਂਸਿਵ ਅਸੈਸਮੈਂਟ, ਐਡਵਾਂਟੇਜ ਆਫ ਮੈਰਿਟ ਫੰਕਸ਼ਨ, ਕੰਟੀਨਿਊਸ ਐਂਡ ਕੰਪਰੈਂਸਿਵ ਅਸੈਸਮੈਂਟ ਦੀ। ਡੀਮੈਰਿਟਸ, ਲਿਮਿਟੇਸ਼ਨ ਆਫ ਡਿਸਐਡਵਾਂਟੇਜ ਕੀ ਹਨ ਕੰਟੀਨਿਊਸ ਕੰਪਰੀਹੈਂਸ਼ਨ ਅਸੈਸਮੈਂਟ ਦੇ CCA ਦੇ। ਮੈਥਡ, ਟੂਲ ਐਂਡ ਟੈਕਨੀਕਸ ਆਫ ਅਸੈਸਮੈਂਟ, ਕੀ ਟੂਲਸ ਹਨ, ਮੈਥਡ ਹਨ ਉਸ ਬਾਰੇ। ਟਾਈਪਸ ਆਫ ਲੈਂਗੁਏਜ ਟੈਸਟ, ਈਜ਼ੀ ਟੈਸਟ ਕੀ ਹਨ, ਓਬਜੈਕਟਿਵ ਐਂਡ ਸ਼ੋਰਟ ਆਨਸਰ ਟੈਸਟ, ਪਰਫੋਰਮੈਂਸ ਟੈਸਟ, ਪ੍ਰੈਕਟੀਕਲ ਪ੍ਰੋਜੈਕਟ ਟੈਸਟ, ਰੇਟਿੰਗ ਸਕੇਲਸ, ਐਂਟੀਡੋਟਲ ਰਿਕਾਰਡ, ਚੈੱਕਲਿਸਟ, ਓਬਜ਼ਰਵੇਸ਼ਨ ਟੈਕਨੀਕਸ, ਓਰਲ ਟੈਸਟ, ਰਿਟਨ ਟੈਸਟ, ਪੋਰਟਫੋਲੀਓ, ਕਲੋਜ਼ ਟੈਸਟ, ਸੈਲਫ ਅਸੈਸਮੈਂਟ, ਪੀਰ ਅਸੈਸਮੈਂਟ, ਗਰੁੱਪ ਅਸੈਸਮੈਂਟ, ਰੋਲ ਆਫ ਡਿਕਟੇਸ਼ਨ ਇਨ ਐਵੈਲੂਏਸ਼ਨ, ਮੈਸਕਿਊ ਐਨਾਲਾਈਜੇਸ਼ਨ। ਰਿਪੋਰਟਿੰਗ ਐਂਡ ਕਮਿਊਨੀਕੇਟਿਵ ਫੀਡਬੈਕ, ਸ਼ੇਅਰਿੰਗ ਵਿਦ ਦ ਚਿਲਡ ਐਂਡ ਪੇਰੈਂਟਸ। ਫੀਡਬੈਕ ਇਸ ਬਾਰੇ ਜੀ। ਰਿਪੋਰਟਿੰਗ, ਰੋਲ ਆਫ ਪੇਰੈਂਟਸ, ਗ੍ਰਾਮਰ ਐਂਡ ਕੰਪੋਜੀਸ਼ਨ, ਸਬਜੈਕਟ, ਪ੍ਰੀਡਿਕੇਟ, ਦ ਨਾਊਨ, ਨੰਬਰਸ, ਨਾਊਨ, ਜੈਂਡਰ, ਲਗਜ਼ਰੀ, ਮੋਡਲਸ, ਸਪੈਲਿੰਗ, ਪੰਚੁਏਸ਼ਨਸ, ਪੈਰਾਗ੍ਰਾਫ, ਈਮੇਲਸ, ਰਾਈਟਿੰਗਸ। ਜੋ ਤੁਹਾਡਾ 19ਵਾਂ ਲੈਸਨ ਹੈ ਜੀ 5th ਯੂਨਿਟ ਵਿੱਚ, ਇਸ ਵਿੱਚ ਤੁਹਾਡੇ 14 ਨੰਬਰ ਦੀ ਗ੍ਰਾਮਰ ਇਸ ਵਿੱਚੋਂ ਹੀ ਆਉਣੀ ਹੈ, ਅਤੇ 4 ਨੰਬਰ ਦਾ ਜੋ ਹੈ ਈਮੇਲ ਹੈ ਔਰ ਪੈਰਾਗ੍ਰਾਫ ਵਿੱਚੋਂ ਜੋ ਇੱਕ ਕਰਨਾ ਹੁੰਦਾ ਹੈ ਇਹ ਵੀ ਇਸ ਵਿੱਚ ਆਉਣਾ ਹੈ। 18 ਮਾਰਕਸ ਦਾ ਕੰਮ ਜੋ ਤੁਹਾਨੂੰ ਹੈ ਇਸ ਵਿੱਚੋਂ ਹੀ ਆਉਣਾ ਹੈ ਜੀ 19ਵੇਂ ਲੈਸਨ ਵਿੱਚੋਂ। ਇਸ ਨੂੰ ਵੀ ਧਿਆਨ ਨਾਲ ਕਰ ਲਓ ਜੇ ਤੁਸੀਂ ਵਧੀਆ ਨੰਬਰਾਂ ਨਾਲ ਪਾਸ ਹੋਣਾ ਚਾਹੁੰਦੇ ਹੋ। ਇਸ ਤੋਂ ਬਾਅਦ ਹੀ ਆਪਣੀਆਂ ਲਗਾਤਾਰ ਹੀ ਇਸ ਦੀਆਂ ਕਲਾਸਾਂ ਆਉਣਗੀਆਂ ਇੰਗਲਿਸ਼ ਦੀਆਂ ਜੀ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਜੀ, ਲਾਈਕ ਕਰ ਦਿਓ, ਕਮੈਂਟ ਕਰ ਦਿਓ।